नमस्कार, सत श्री अकाल। न्यूज़ 18 ਵੇਖ ਰਹੇ तमाम ਦਰਸ਼ਕਾਂ ਦਾ ਜੀ ਆਇਆਂ ਨੂੰ ਅਤੇ ਮੈਂ ਹਾਂ ਤੁਹਾਡੇ ਨਾਲ ਪ੍ਰਕਾਸ਼ ਫੁਲਾਰਾ। ਦਰਅਸਲ ਤੁਹਾਨੂੰ ਯਾਦ ਹੋਵੇਗਾ ਕਿ ਕੁਝ ਮਹੀਨੇ ਪਹਿਲਾਂ ਸੁਪਰੀਮ ਕੋਰਟ ਨੇ ਸਟਰੀਟ ਡੌਗਸ ਨੂੰ ਲੈ ਕੇ ਇੱਕ ਫੈਸਲਾ ਸੁਣਾਇਆ ਸੀ। ਹਾਲਾਂਕਿ ਐਨੀਮਲਸ ਲਵਰਸ ਨੇ ਜਦ ਉਸ ਫੈਸਲੇ ਦਾ ਵਿਰੋਧ ਕੀਤਾ ਤਾਂ ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਆਪਣਾ ਹੀ ਫੈਸਲਾ ਪਲਟ ਲਿਆ। ਕ੍ਰਾਈਮ ਫਾਈਲਸ ਦੇ ਵਿੱਚ ਅੱਜ ਜ਼ਿਕਰ ਸਟਰੀਟ ਡੌਗਸ ਦਾ ਹੋਵੇਗਾ ਕਿਉਂਕਿ ਉਹਨਾਂ ਦੀ ਇੱਕ ਗਵਾਹੀ ਨੇ ਇੱਕ ਕਤਲ ਦਾ ਪਰਦਾਫਾਸ਼ ਕਰ ਦਿੱਤਾ। ਸਕਰੀਨ ਦੇ ਵਿੱਚ ਇਹਨਾਂ ਦੋ ਤਸਵੀਰਾਂ ਦੇ ਵਿੱਚ ਇੱਕ ਪਾਸੇ ਦੋ ਕੁੱਤੇ ਅਤੇ ਦੂਜੇ ਪਾਸੇ ਇੱਕ ਇਨਸਾਨ ਹੈ। ਦੋਵਾਂ ਵਿਚਾਲੇ ਦਾ ਫਰਕ ਤਾਂ ਹਰ ਕੋਈ ਜਾਣਦਾ ਹੈ। ਖੱਬੇ ਪਾਸੇ ਵਾਲੇ ਇਹਨਾਂ ਦੋਵੇਂ ਬੇਜ਼ੁਬਾਨਾਂ ਨੂੰ ਦੁਨੀਆ ਜਾਨਵਰ ਕਹਿੰਦੀ ਹੈ ਤਾਂ ਸੱਜੇ ਪਾਸੇ ਵਾਲਾ ਉਹ ਇਨਸਾਨ ਜਿਸ ਦੇ ਅੰਦਰ ਦਿਲ ਹੈ, ਦਰਦ ਹੈ, ਸੋਚਣ ਦੀ ਸਮਰੱਥਾ ਹੈ, ਕੀ ਗਲਤ ਹੈ ਕੀ ਚੰਗਾ, ਸਭ ਕੁਝ ਸਮਝਦੇ ਕਰਨ ਦੀ ਵੀ ਤਾਕਤ। ਪਰ ਕ੍ਰਾਈਮ ਫਾਈਲਸ ਦੀ ਇਸ ਕਹਾਣੀ ਦੇ ਵਿੱਚ ਦੋਵੇਂ ਤਸਵੀਰਾਂ ਦਾ ਮਤਲਬ ਬਦਲ ਜਾਂਦਾ ਹੈ। ਦਰਅਸਲ ਜਿਨ੍ਹਾਂ ਨੂੰ ਤੁਸੀਂ ਜਾਨਵਰ ਸਮਝ ਰਹੇ ਹੋ ਉਹ ਵਫਾਦਾਰੀ ਦੀ ਅਜਿਹੀ ਮਿਸਾਲ ਬਣੇ ਜਿਸ ਦੀ ਉਮੀਦ ਤਾਂ ਸੱਜੇ ਪਾਸੇ ਵਾਲੇ ਇਨਸਾਨ ਤੋਂ ਸੀ, ਪਰ ਸ਼ਾਇਦ ਉਹ ਆਪਣੇ ਅੰਦਰ ਇੱਕ ਜਾਨਵਰ ਵਰਗਾ ਵੀ ਦਿਲ ਨਹੀਂ ਰੱਖ ਸਕਿਆ। ਇਹ ਕਹਾਣੀ ਸ਼ੁਰੂ ਹੁੰਦੀ ਹੈ ਦੇਸ਼ ਦੀ ਰਾਜਧਾਨੀ ਦਿੱਲੀ ਦੇ ਨਾਲ ਲੱਗਦੇ ਹਰਿਆਣਾ ਦੇ ਫਰੀਦਾਬਾਦ ਤੋਂ, ਜਿੱਥੋਂ ਦੇ ਪਿੰਡ ਕਬੂਲਪੁਰ ਦੇ ਵਿੱਚ 49 ਸਾਲ ਦੇ ਕਰੀਬ ਉਮਰ ਦੀ ਅਨੀਤਾ ਦੇਵੀ ਆਪਣੇ ਪਰਿਵਾਰ ਦੇ ਨਾਲ ਰਹਿ ਰਹੀ ਸੀ। ਪਤੀ ਅਤੇ ਵੱਡਾ ਬੇਟਾ ਚੇਨਈ ਦੇ ਵਿੱਚ ਇੱਕ ਕੰਪਨੀ ਦੇ ਵਿੱਚ ਕੰਮ ਕਰਦੇ ਨੇ ਤਾਂ ਅਨੀਤਾ ਦੇਵੀ ਪਿੰਡ ਦੇ ਵਿੱਚ ਆਪਣੇ ਛੋਟੇ ਬੇਟੇ ਨੂੰਹ ਅਤੇ ਲੜਕੀ ਦੇ ਨਾਲ ਰਹਿੰਦੀ ਸੀ। ਅਚਾਨਕ 15 ਅਪ੍ਰੈਲ 2026 ਨੂੰ ਅਨੀਤਾ ਦੇਵੀ ਗਾਇਬ ਹੋ ਗਈ। ਉਸ ਦੀ ਪੂਰੇ ਪਿੰਡ ਦੇ ਵਿੱਚ ਤਲਾਸ਼ ਹੋਈ। ਹਰ ਘਰ ਦੇ ਵਿੱਚ ਪੁੱਛਿਆ ਗਿਆ ਕਿ ਕਿਸੇ ਨੇ ਅਨੀਤਾ ਦੇਵੀ ਨੂੰ ਦੇਖਿਆ ਹੈ ਤਾਂ ਜਵਾਬ ਨਾ ਦੇ ਵਿੱਚ ਮਿਲਿਆ। ਕਈ ਘੰਟਿਆਂ ਤੱਕ ਜਦੋਂ ਪਰਿਵਾਰ ਨੂੰ ਕੋਈ ਜਾਣਕਾਰੀ ਹੱਥ ਨਾ ਲੱਗੀ ਤਾਂ ਉਹ ਸਮਝ ਚੁੱਕੇ ਸੀ ਕਿ ਅਨੀਤਾ ਦੇਵੀ ਜਾਂ ਤਾਂ ਕਿਸੇ ਮੁਸੀਬਤ ਦੇ ਵਿੱਚ ਹੈ ਜਾਂ ਫਿਰ ਉਸ ਦੇ ਨਾਲ ਕੁਝ ਗਲਤ ਹੋਇਆ। ਲਿਹਾਜ਼ਾ ਫਰੀਦਾਬਾਦ ਦੇ ਸੈਕਟਰ 58 ਪੁਲਿਸ ਥਾਣੇ ਦੇ ਵਿੱਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਗਈ। 15 ਅਪ੍ਰੈਲ ਤੋਂ ਲੈ ਕੇ 17 ਅਪ੍ਰੈਲ ਤੱਕ ਪੁਲਿਸ ਨੇ ਪੂਰਾ ਇਲਾਕਾ ਛਾਣ ਮਾਰਿਆ ਪਰ ਅਨੀਤਾ ਦੇ ਬਾਰੇ ਕੋਈ ਸੁਰਾਗ ਹੱਥ ਨਹੀਂ ਲੱਗਿਆ। 18 ਅਪ੍ਰੈਲ 2026 ਨੂੰ ਅਨੀਤਾ ਦੀ ਭਾਲ ਕਰਦਿਆਂ ਕੁਝ ਲੋਕ ਪਿੰਡ ਮੋਹਲਾ ਦੇ ਜੰਗਲਾਂ ਦੇ ਵਿੱਚ ਝਾੜੀਆਂ ਵਾਲੇ ਪਾਸੇ ਤੱਕ ਪਹੁੰਚ ਗਏ। ਇਸੇ ਦੌਰਾਨ ਉਹਨਾਂ ਦੇ ਪਿੱਛੇ ਸ਼ੇਰੂ ਅਤੇ ਰੋਕੀ ਨਾਂ ਦੇ ਦੋ ਕੁੱਤੇ ਵੀ ਝਾੜੀਆਂ ਦੇ ਵੱਲ ਦੌੜ ਪਏ, ਜਿਨ੍ਹਾਂ ਨੇ ਅਨੀਤਾ ਦੇਵੀ ਦੀ ਸਾੜੀ ਅਤੇ ਉਸ ਦੀ ਮਾਲਾ ਭਾਲ ਲਈ। ਜਦੋਂ ਤੱਕ ਲੋਕ ਕੁਝ ਸਮਝ ਪਾਉਂਦੇ ਤਾਂ ਸ਼ੇਰੂ ਅਤੇ ਰੋਕੀ ਨੇ ਬੁੱਟੀ ਦੇ ਨਾਲ ਭਰੇ ਗੰਦੇ ਨਾਲੇ ਦੇ ਵਿੱਚ ਛਾਲ ਮਾਰ ਦਿੱਤੀ। ਜਿਵੇਂ ਹੀ ਬੁੱਟੀ ਹਟੀ ਤਾਂ ਪਾਣੀ ਦੇ ਅੰਦਰ ਪੈਰ ਦਿਖਾਈ ਦਿੱਤੇ, ਜਿਸ ਤੋਂ ਬਾਅਦ ਜਦੋਂ ਲੋਕਾਂ ਨੇ ਲਾਸ਼ ਨੂੰ ਬਾਹਰ ਕੱਢਿਆ ਤਾਂ ਉਸ ਦੀ ਪਛਾਣ ਅਨੀਤਾ ਦੇਵੀ ਦੇ ਵਜੋਂ ਹੋਈ ਜੋ ਕਈ ਦਿਨਾਂ ਤੋਂ ਲਾਪਤਾ ਸੀ। ਦਰਅਸਲ ਇਹਨਾਂ ਦੋਵੇਂ ਕੁੱਤਿਆਂ ਨੂੰ ਅਨੀਤਾ ਦੇਵੀ ਆਪਣੇ ਘਰ ਦੇ ਬਾਹਰ ਹੀ ਹਰ ਰੋਜ਼ ਖਾਣਾ ਪਾਉਂਦੀ ਸੀ। ਵੈਸੇ ਤਾਂ ਸ਼ੇਰੂ ਅਤੇ ਰੋਕੀ ਦੋਵੇਂ ਇੱਕ ਸਟਰੀਟ ਡੌਗ ਨੇ, ਪਰ ਅਨੀਤਾ ਦੇ ਲਈ ਇਹ ਪਾਲਤੂ ਤੋਂ ਘੱਟ ਨਹੀਂ ਸਨ। ਹੁਣ ਸਵਾਲ ਇਹ ਸੀ ਕਿ ਆਖਰ ਅਨੀਤਾ ਦੇਵੀ ਦੇ ਨਾਲ ਹੋਇਆ ਕੀ ਸੀ? ਇਹ ਸਿਰਫ ਕੋਈ ਹਾਦਸਾ ਸੀ ਜਾਂ ਫਿਰ ਪਲਾਨਿੰਗ ਦੇ ਤਹਿਤ ਕੋਈ ਮਰਡਰ? ਆਖਰ ਜੰਗਲ ਦੇ ਵਿੱਚ ਝਾੜੀਆਂ ਵਾਲੀ ਜਿਸ ਥਾਂ ਤੇ ਕੋਈ ਜਾਂਦਾ ਹੀ ਨਹੀਂ, ਉਸ ਥਾਂ ਤੇ ਉਹ ਕਿਵੇਂ ਪਹੁੰਚ ਗਈ? तमाम तरह के इन्हां सवालों के विचाले लोगों ने पुलिस नूं तुरंत लाश मिलन की सूचना दी और पुलिस भी मौके ते पहुंच गई। अब इस समय न्यूज़ 18 की टीम खड़ी हुई है फरीदाबाद के उसी कबूलपुर गांव के इलाके में जहां पर महिला का शव बरामद हुआ था। ये देख सकते हैं मेरे पीछे, ये वही जगह है। इसी नाले के अंदर जो है वो खुम्बियों के बीच में उस महिला का शव जो है वो दबा हुआ था। आपको बता दें कि इस लिविंग रिलेशनशिप में रहने के बावजूद कह सकते हैं कि इस महिला की जो है वो हत्या हुई। जो अनीता देवी 3 दिनों तो लापता सी, चौथे दिन उसकी लाश मिल गई। हुण पुलिस के सामने चुनौती सी कि यह पता लगाउण दी कि अनीता देवी दे नाल आखिर होया की है, सुसाइड किया है या फिर मर्डर। इस गुत्थी नूं सुलझाउंदा होया पुलिस ने अनीता दे मोबाइल की कॉल डिटेल खंगाली। जांच टीम नूं एक अजिहा नंबर लग्या जिस ते सब तो ज्यादा वार गल हुई। यह नंबर पिंड दे ही एक नौजवान दा सी। इसे विचाले पुलिस ने पिंड के आस-पास लगे सीसीटीवी कैमरे की 15 अप्रैल के दिन की 50 के करीब फुटेज भी खंगालनी शुरू कर दी। जांच दौरान पता लग गया कि बुधवार को अनीता देवी
ਬਰਮਜੀਤ ਨਾਂ ਦੇ ਉਸੇ ਸ਼ਖਸ ਦੇ ਨਾਲ ਮੋਟਰਸਾਈਕਲ ਤੇ ਬੈਠ ਕੇ ਬਿਜਲੀ ਦਾ ਬਿੱਲ ਭਰਨ ਦੇ ਲਈ ਬਿਜਲੀ ਦਫ਼ਤਰ ਗਈ ਸੀ, ਜਿਸ ਦੇ ਨਾਲ ਉਸ ਦੀ ਸਭ ਤੋਂ ਜ਼ਿਆਦਾ ਤੇ ਆਖਰੀ ਵਾਰ ਫੋਨ ਤੇ ਗੱਲ ਹੋਈ। जगह जगह के लगभग हमने 50 सीसीटीवी फुटेज खंगाले। फुटेज के अंदर ये जो महिला थी मरने वाली, ये बिजली बोर्ड के अंदर सेक्टर 58 के अंदर बिजली का बिल भरने गई थी। वहां से हमने इसको सीसीटीवी फुटेज के आधार पर इसकी आरोपी की पहचान की। ਪੁਲਿਸ ਨੇ ਫੌਰਨ ਕੋਈ ਵੀ ਸਮਾਂ ਗਵਾਏ ਬਿਨਾਂ ਬਰਮਜੀਤ ਦੇ ਘਰ ਤੇ ਰੇਡ ਕਰ ਦਿੱਤੀ ਅਤੇ ਇੱਥੋਂ ਜੋ ਖੁਲਾਸਾ ਹੋਇਆ ਉਸਨੇ ਅਨੀਤਾ ਦੇ ਪਰਿਵਾਰ, ਪਿੰਡ ਦੇ ਲੋਕਾਂ ਤੱਕ ਦੇ ਵੀ ਹੋਸ਼ ਉਡਾ ਕੇ ਰੱਖ ਦਿੱਤੇ। ਅਨੀਤਾ ਦੇਵੀ ਬਰਮਜੀਤ ਤੋਂ 27 ਸਾਲ ਵੱਡੀ ਸੀ। ਬਾਵਜੂਦ ਇਸ ਦੇ ਦੋਵਾਂ ਦੇ ਵਿਚਾਲੇ ਅਫੇਅਰ ਹੋਇਆ, ਪਰ ਜਦੋਂ ਰਿਸ਼ਤਿਆਂ ਦੀ ਇਹ ਬੁਨਿਆਦ ਟੁੱਟੀ ਤਾਂ ਫਿਰ ਉਸ ਤੋਂ ਬਾਅਦ ਧੋਖਾ ਸਾਜ਼ਿਸ਼ ਦੇ ਵਿੱਚ ਬਦਲਿਆ ਅਤੇ ਸਾਜ਼ਿਸ਼ ਇੱਕ ਕਤਲ ਦੇ ਵਿੱਚ। ਅਨੀਤਾ ਦੇਵੀ ਦੀ ਮੌਤ ਇੱਕ ਮਰਡਰ ਸੀ, ਜਿਸ ਦਾ ਖੁਲਾਸਾ ਬਰਮਜੀਤ ਦੇ ਘਰ ਤੋਂ ਹੋਇਆ। ਪੁਲਿਸ ਦੇ ਮੁਤਾਬਿਕ ਬਰਮਜੀਤ ਦੇ ਪਿਤਾ ਨੇ ਖੁਲਾਸਾ ਕੀਤਾ ਕਿ ਇਹ ਮਰਡਰ ਉਸਦੇ ਹੀ 22 ਸਾਲਾ ਬੇਟੇ ਨੇ ਕੀਤਾ ਹੈ, ਜਿਸ ਨੂੰ ਇਸ ਕਤਲकांड ਤੋਂ ਬਾਅਦ ਉਸਦੇ ਪਿਤਾ ਨੇ ਹੀ ਫਰਾਰ ਕੀਤਾ ਸੀ। ਬਰਮਜੀਤ ਦਾ ਪਿਤਾ ਜਗਵਿੰਦਰ ਉਸ ਨੂੰ ਬਾਈਕ ਤੇ ਬਿਠਾ ਕੇ ਪਲਵਲ ਦੇ ਵਿੱਚ ਇੱਕ ਰਿਸ਼ਤੇਦਾਰ ਦੇ ਘਰ ਛੱਡ ਕੇ ਆਇਆ ਸੀ। 21 ਅਪ੍ਰੈਲ ਨੂੰ ਪੁਲਿਸ ਨੇ ਬਰਮਜੀਤ ਨੂੰ ਵੀ गिरफ्तार कर लिया। पहचान करने के बाद दिनांक 18 को हम वहाँ पलवल पहुंचे। पलवल पता लग गया कि भाई इसका आरोपी या पिता है, वो इसको छुपाने के लिए पलवल पहुंचा था। इसके पिताजी को हमने उस आधार पर अरेस्ट किया। उसने बतलाया कि लड़के ने मेरे लड़के ने जो ये मर्डर किया उसने मेरे को बता दिया था, इसलिए उसको डरते हुए पलवल ले गए थे। उसके बाद ये इसकी अपने मुख पर हमने एक्टिव किए और ज्यादा सीसीटीवी खंगाले, मोबाइल वगैरह की उसके लोकेशन ट्रेस की। उसके आधार पर दिनांक 21 तारीख को आरोपी ब्रह्मजीत को हमने गिरफ्तार करने में कामयाब। ਪੁਲਿਸ ਦੀ ਰਿਮਾਂਡ ਦੇ ਦੌਰਾਨ ਖੁਲਾਸਾ ਹੋਇਆ ਕਿ ਉਮਰ ਦੇ ਵਿੱਚ 27 ਸਾਲ ਵੱਡੀ ਅਨੀਤਾ ਦੇਵੀ ਦੇ ਨਾਲ ਬਰਮਜੀਤ ਦਾ ਅਫੇਅਰ ਸੀ। ਦੋਵੇਂ ਕਈ ਸਾਲਾਂ ਤੋਂ ਰਿਲੇਸ਼ਨਸ਼ਿਪ ਦੇ ਵਿੱਚ ਸਨ, ਪਰ ਪਿਛਲੇ 1.5 ਸਾਲ ਤੋਂ ਬਰਮਜੀਤ ਨੇ ਅਨੀਤਾ ਤੋਂ ਦੂਰੀ ਬਣਾ ਲਈ। ਦਰਅਸਲ ਜਨਵਰੀ 2025 ਦੇ ਵਿੱਚ ਬਰਮਜੀਤ ਦਾ ਵਿਆਹ ਹੋ ਗਿਆ ਸੀ। ਹੁਣ ਉਹ ਆਪਣੀ ਸ਼ਾਦੀशुदा ਜ਼ਿੰਦਗੀ ਦੇ ਵਿੱਚ ਹੀ ਰਹਿਣਾ ਚਾਹੁੰਦਾ ਸੀ। ਉਸਨੇ ਕਈ ਵਾਰ ਅਨੀਤਾ ਨੂੰ ਕਿਹਾ ਕਿ ਉਹ ਹੁਣ ਉਸਦੇ ਨਾਲ ਇਸ ਰਿਲੇਸ਼ਨ ਨੂੰ ਅੱਗੇ ਨਹੀਂ ਵਧਾ ਸਕਦਾ, ਪਰ ਅਨੀਤਾ ਉਸ ਤੇ ਦਬਾਅ ਪਾਉਣ ਲੱਗੀ। ਉਹ ਉਸ ਨੂੰ ਅਕਸਰ ਮਿਲਣ ਦੇ ਲਈ ਬੁਲਾਉਂਦੀ ਰਹਿੰਦੀ ਸੀ। ਜਦੋਂ ਬਰਮਜੀਤ ਨੇ ਉਸ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਤਾਂ ਅਨੀਤਾ ਨੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਉਸਨੇ ਧਮਕੀ ਦਿੱਤੀ ਕਿ ਜੇ ਹੁਣ ਉਹ ਉਸ ਨੂੰ ਮਿਲਣ ਨਾ ਆਇਆ ਤਾਂ ਉਹ ਉਸਦੇ ਪਰਿਵਾਰ ਨੂੰ ਸਭ ਕੁਝ ਦੱਸ ਦੇਵੇਗੀ। आरोपी ब्रह्मजीत और मृतका अनीता की उम्र का बहुत ज्यादा डिफरेंस था, लगभग 25 साल का, और इन्हीं के अंदर लगभग 1.5 साल से रिलेशनशिप होता रहता था। और इसी दौरान ही लगभग 1.5 साल पहले ब्रह्मजीत की शादी हो चुकी थी। फिर भी वो मृतका थी, इसको अपने साथ बुलाने में बुलाती थी और इसको प्रेशर ज्यादा डालती थी। इसलिए इसने अपने बचाव के लिए, ताकि मेरी बदनामी नहीं हो, तो इसने अपने खेत के पास ले जाकर नाले में के पास इसको ले जाकर इसकी हत्या कर। ਅਨੀਤਾ ਦੀ ਇਸੇ ਬਲੈਕਮੇਲਿੰਗ ਤੋਂ ਪਰੇਸ਼ਾਨ ਬਰਮਜੀਤ ਨੇ ਸੋਚ ਲਿਆ ਕਿ ਹੁਣ ਉਹ ਕਿਸੇ ਵੀ ਤਰ੍ਹਾਂ ਦੇ ਨਾਲ ਉਸ ਤੋਂ ਛੁਟਕਾਰਾ ਪਾ ਕੇ ਹੀ ਹਟੇਗਾ। ਲਿਹਾਜ਼ਾ ਉਸਦੇ ਦਿਲੋਂ ਦਿਮਾਗ ਤੇ ਜੁਰਮ ਨੇ ਘੁਸਪੈਠ ਕਰ ਦਿੱਤੀ। ਬਰਮਜੀਤ ਨੇ ਅਨੀਤਾ ਨੂੰ ਮਾਰਨ ਦੇ ਲਈ 2 ਦਿਨਾਂ ਦੇ ਅੰਦਰ ਹੀ ਪੂਰਾ ਪਲਾਨ ਵੀ ਤਿਆਰ ਕਰ ਲਿਆ। ਪਲਾਨ ਦੇ ਮੁਤਾਬਿਕ ਉਸਨੇ 15 ਅਪ੍ਰੈਲ ਨੂੰ ਸਵੇਰੇ ਅਨੀਤਾ ਨੂੰ ਫੋਨ ਕਰਕੇ ਮਿਲਣ ਦੇ ਲਈ ਬੁਲਾਇਆ। ਅਨੀਤਾ ਨੂੰ ਉਹ ਆਪਣੀ ਬਾਈਕ ਤੇ ਬਿਠਾ ਕੇ ਬਿਜਲੀ ਦਫ਼ਤਰ ਤੱਕ ਲੈ ਗਿਆ, ਜਿੱਥੇ ਅਨੀਤਾ ਨੇ ਸਭ ਤੋਂ ਪਹਿਲਾਂ ਆਪਣਾ ਬਿਜਲੀ ਦਾ ਬਿੱਲ ਭਰਿਆ। ਇਸ ਤੋਂ ਬਾਅਦ ਉਹ ਬਾਈਕ ਤੇ ਹੀ ਅਨੀਤਾ ਨੂੰ ਲੈ ਕੇ ਪਿੰਡ ਮੋਹਲਾ ਦੇ ਜੰਗਲ ਦੇ ਵਿੱਚ ਉਸ ਥਾਂ ਤੇ ਲੈ ਕੇ ਗਿਆ, ਜਿੱਥੇ ਨਾ ਕੋਈ ਗਵਾਹ ਸੀ, ਨਾ ਹੀ ਬਚਣ ਦਾ ਕੋਈ ਰਸਤਾ ਸੀ, ਤਾਂ ਸਿਰਫ ਇੱਕ ਸੋਚੀ ਸਮਝੀ ਸਾਜ਼ਿਸ਼ ਜਿਸ ਤੋਂ ਅਨੀਤਾ ਬੇਖਬਰ ਸੀ। ਇਸ ਵਾਰਦਾਤ ਵਾਲੀ ਥਾਂ ਤੇ ਪਹਿਲਾਂ ਤਾਂ ਦੋਵਾਂ ਦੇ ਵਿਚਾਲੇ ਜੰਮ ਕੇ ਬਹਿਸ ਹੋਈ। ਬਰਮਜੀਤ ਨੇ ਅਨੀਤਾ ਨੂੰ ਵਾਲਾਂ ਤੋਂ ਫੜ ਕੇ ਜ਼ਮੀਨ ਤੇ ਪਟਕ ਕੇ ਮਾਰਨਾ ਸ਼ੁਰੂ ਕਰ ਦਿੱਤਾ। ਬੇਰਹਿਮੀ ਇਸ ਹੱਦ ਦੇ ਨਾਲ ਕਿ ਉਸਨੇ ਅਨੀਤਾ ਦੀ ਗਰਦਨ ਤੇ ਪੈਰ ਰੱਖ ਕੇ ਉਸਦੇ ਗਲ ਦੀ ਹੱਡੀ ਵੀ ਤੋੜ ਕੇ ਰੱਖ ਦਿੱਤੀ। ਇੰਨਾ ਸਭ ਕੁਝ ਕਰਨ ਤੋਂ ਬਾਅਦ ਵੀ ਜਦੋਂ ਅਨੀਤਾ ਜ਼ਿੰਦਾ ਸੀ ਤਾਂ ਉਸਨੇ ਉਸ ਨੂੰ ਗੰਦੇ ਪਾਣੀ ਦੇ ਨਾਲ ਭਰੇ ਨਾਲੇ ਦੇ ਵਿੱਚ ਸੁੱਟ ਦਿੱਤਾ। उसके साथ और कोई शामिल नहीं था। अभी तक जो जांच के दौरान पाया गया उसके साथ कोई और शामिल नहीं था, अकेला वही था, ब्रह्मजीत था।
और उसने जैसे वहां अपने साथ ले जाकर प्री प्लान अपने साथ नाले पर ले जाके पहले उसको जमीन पर पटका, उसके बाद अपने पैर से उसके गर्दन तोड़ दी। पैर से गर्दन तोड़ दी। कितने दिन बाद जो है वो इसकी बॉडी ट्रेस हुई थी? ये 15 तारीख से घर से गायब थी और 17 तारीख को डेड बॉडी मिलने की सूचना मिली थी। उसके आधार पर फिर हमने ये आगे कार्रवाई शुरू करी। ਇੱਥੋਂ ਤੱਕ ਕਿ ਆਪਣੇ ਪਾਪ ਨੂੰ ਲੁਕਾਉਣ ਦੇ ਲਈ ਬਰਮਜੀਤ ਨੇ ਅਨੀਤਾ ਦੇ ਸਾਰੇ ਕੱਪੜੇ ਤੱਕ ਉਤਾਰ ਦਿੱਤੇ, ਸਾੜੀ ਉਤਾਰ ਕੇ ਝਾੜੀਆਂ ਤੇ ਸੁੱਟ ਦਿੱਤੀ, ਗਲ ਦੇ ਵਿੱਚ ਪਾਏ ਮਾਲਾ ਵਰਗੇ ਮੰਗਲ ਸੂਤਰ ਨੂੰ ਵੀ ਨੇੜੇ ਹੀ ਜ਼ਮੀਨ ਤੇ ਸੁੱਟ ਦਿੱਤਾ। ਇਹ ਸਭ ਕੁਝ ਇਸ ਲਈ ਕਿ ਜੇ ਕੋਈ ਉਸ ਥਾਂ ਤੇ ਪਹੁੰਚ ਵੀ ਗਿਆ ਤਾਂ ਉਸ ਨੂੰ ਲਾਸ਼ ਦੀ ਪਛਾਣ ਨਾ ਹੋ ਸਕੇ। अपने साथ लेके गया उसको 15 तारीख से और फिर वहाँ पर उसके साथ मारपिटाई करके अपने खेतों के पास एक नाला जाता है, उसके अंदर उसकी डेड बॉडी को फेंक दिया और डेड बॉडी ताकि किसी की समझ में ना आए, किसी को पता ना चले, उसकी पहचान ना हो पाए, उसके बस में उसके कपड़े भी निकाले और फिर बाद में उसको उस नाले में डुबाने की कोशिश करी। ਫਿਲਹਾਲ ਕਤਲकांड ਦੇ ਮੁੱਖ ਮੁਲਜ਼ਮ ਬਰਮਜੀਤ ਅਤੇ ਅਪਰਾਧ ਦੇ ਵਿੱਚ ਉਸਦੇ ਸਾਥੀ ਪਿਤਾ ਜਗਵਿੰਦਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਬਰਮਜੀਤ ਇਸ ਵੇਲੇ ਫਰੀਦਾਬਾਦ ਕ੍ਰਾਈਮ ਬ੍ਰਾਂਚ ਦੇ ਰਿਮਾਂਡ ਤੇ ਹੈ ਕਿਉਂਕਿ ਪੁਲਿਸ ਨੂੰ ਅਜੇ ਉਸਦੇ ਮੋਬਾਈਲ ਦੀ ਤਲਾਸ਼ ਹੈ ਜੋ ਅਜੇ ਤੱਕ ਬਰਾਮਦ ਨਹੀਂ ਹੋ ਸਕਿਆ। ਪੁਲਿਸ ਨੂੰ ਉਮੀਦ ਹੈ ਕਿ ਸ਼ਾਇਦ ਮੁਲਜ਼ਮ ਦੇ ਮੋਬਾਈਲ ਦੇ ਵਿੱਚੋਂ ਇਸ ਕਤਲकांड ਦੇ ਨਾਲ ਜੁੜਿਆ ਕੋਈ ਹੋਰ ਅਹਿਮ ਸੁਰਾਗ ਵੀ ਹੱਥ ਲੱਗ ਸਕਦਾ ਹੈ। क्राइम ब्रांच की 3 टीमें जो है वो इस पूरे घटनाक्रम को लेकर के एक्टिव हुई और तीनों ने ही जो है वो मिलकर के संयुक्त कार्रवाई करते हुए कई सीसीटीवी फुटेज खंगाले, कई जो है वो मुखबिर खास से जो है वो जानकारी प्राप्त करी। इसके पश्चात आखिरकार ये लोग जो है वो आरोपियों को पकड़ने में कामयाबी इनको हासिल लगी। ਦਰਅਸਲ ਇਸ ਗੱਲ ਦੇ ਵਿੱਚ ਵੀ ਕੋਈ ਦੋ ਰਾਏ ਨਹੀਂ ਕਿ ਅਨੀਤਾ ਅਤੇ ਬਰਮਜੀਤ ਨੇ ਆਪੋ ਆਪਣੇ ਪਰਿਵਾਰ ਨੂੰ ਧੋਖਾ ਦਿੱਤਾ। ਅਨੀਤਾ ਨੇ ਬਰਮਜੀਤ ਨੂੰ ਬਲੈਕਮੇਲਿੰਗ ਕੀਤਾ ਤਾਂ ਫਿਰ ਬਰਮਜੀਤ ਨੇ ਉਸ ਦਾ ਕਤਲ ਕਰ ਦਿੱਤਾ। ਬਰਮਜੀਤ ਤੋਂ ਉਮਰ ਦੇ ਵਿੱਚ 27 ਸਾਲ ਵੱਡੀ ਅਨੀਤਾ ਦੀ ਮੁਲਾਕਾਤ ਕਰੀਬ 1.5 ਸਾਲ ਪਹਿਲਾਂ ਪਿੰਡ ਦੇ ਵਿੱਚ ਹੀ ਹੋਈ ਸੀ। ਬਰਮਜੀਤ ਦੇ ਖੇਤ ਅਨੀਤਾ ਦੇ ਘਰ ਦੇ ਨੇੜੇ ਹੀ ਸਨ। ਪਹਿਲਾਂ ਤਾਂ ਦੋਵਾਂ ਦੇ ਵਿਚਾਲੇ ਹਲਕੀ ਗੱਲਬਾਤ ਸ਼ੁਰੂ ਹੋਈ। ਦੇਖਦੇ ਹੀ ਦੇਖਦੇ ਦੋਵੇਂ ਇੱਕ ਦੂਜੇ ਦੇ ਕਾਫੀ ਕਰੀਬ ਆ ਗਏ, ਇੰਨਾ ਕਰੀਬ ਕਿ ਉਮਰ ਦਾ ਇੱਕ ਵੱਡਾ ਫਰਕ ਵੀ ਉਹਨਾਂ ਨੂੰ ਰੋਕ ਨਹੀਂ ਸਕਿਆ। ਅਕਸਰ ਅਸੀਂ ਇਹ ਸੁਣਿਆ ਹੈ ਕਿ ਮੁਹੱਬਤ ਨਾ ਤਾਂ ਰੰਗ ਦੇਖਦੀ ਹੈ ਅਤੇ ਨਾ ਹੀ ਉਮਰ, ਪਰ ਸਵਾਲ ਇਹ ਕਿ ਹਰ ਮੁਹੱਬਤ ਸੱਚੀ ਹੁੰਦੀ ਹੈ ਜਾਂ ਕੁਝ ਰਿਸ਼ਤੇ ਜਜ਼ਬਾਤਾਂ ਦੀ ਆੜ ਦੇ ਵਿੱਚ ਇੱਕ ਅਜਿਹਾ ਜਾਲ ਬੁਣਦੇ ਨੇ ਜਿੱਥੇ ਨਾ ਭਰੋਸਾ ਹੁੰਦਾ ਹੈ ਤੇ ਨਾ ਹੀ ਕੋਈ ਅਹਿਮੀਅਤ, ਸਿਰਫ ਹੁੰਦਾ ਹੈ ਤਾਂ ਸ਼ਾਇਦ ਇੱਕ ਮਕਸਦ ਉਹ ਵੀ ਅਧੂਰਾ। लेकिन एक बात साफ है कि जिस तरीके से लगभग 25 साल का डिफरेंस इन दोनों महिला और पुरुष के अंदर देखने को मिला, जिसके पश्चात इस तरीके का खौफनाक अंत जो है वो इस पूरी घटनाक्रम का हुआ, तो साफ जाहिर है कि कहीं ना कहीं किसकी गलती थी और किसके कारण से जो है वो ये हुआ, ये तमाम जो चीजें हैं वो इस जांच के बावजूद किस तरीके से निकल करके आती हैं। हालांकि अभी भी 6 दिन के रिमांड पर जो है वो उसको लिया गया है, आरोपी को। ਰਿਸ਼ਤਿਆਂ ਦੀ ਬੁਨਿਆਦ ਹਮੇਸ਼ਾ ਭਰੋਸੇ ਤੇ ਟਿਕੀ ਹੁੰਦੀ ਹੈ, ਪਰ ਜਦੋਂ ਉਹੀ ਭਰੋਸਾ ਦਬਾਅ ਦੇ ਵਿੱਚ ਬਦਲ ਜਾਵੇ ਤਾਂ ਰਿਸ਼ਤਾ ਨਹੀਂ ਰਹਿੰਦਾ, ਇਹ ਇੱਕ ਬੋਝ ਬਣ ਜਾਂਦਾ ਹੈ। ਅਨੀਤਾ ਤੇ ਬਰਮਜੀਤ ਦਾ ਰਿਸ਼ਤਾ ਵੀ ਕੁਝ ਅਜਿਹਾ ਹੀ ਸੀ, ਜਿੱਥੇ ਇੱਕ ਪਾਸੇ ਜਜ਼ਬਾਤ ਸਨ ਤਾਂ ਦੂਜੇ ਪਾਸੇ ਡਰ, ਦਬਾਅ ਅਤੇ ਬਚਣ ਦੀ ਕੋਸ਼ਿਸ਼। ਇੱਕ ਅਜਿਹਾ ਰਿਸ਼ਤਾ ਜਿਸ ਦਾ ਨਾ ਤਾਂ ਕੋਈ ਭਵਿੱਖ ਸੀ ਅਤੇ ਨਾ ਹੀ ਕੋਈ ਰਾਹ। ਸ਼ਾਇਦ ਇਹੀ ਕਾਰਨ ਰਿਹਾ ਕਿ ਜਦੋਂ ਰਿਸ਼ਤੇ ਰਾਹ ਨਹੀਂ ਦਿੰਦੇ ਤਾਂ ਕਈ ਵਾਰ ਇਨਸਾਨ ਗਲਤ ਰਸਤਾ ਚੁਣ ਲੈਂਦਾ ਹੈ। ਪਰ ਸਵਾਲ ਤਾਂ ਇਹ ਵੀ ਹੈ ਕਿ ਕੋਈ ਵੀ ਹਾਲਤ ਕਿਸੇ ਦੀ ਜਾਨ ਲੈਣ ਦਾ ਜਾਇਜ਼ ਕਾਰਨ ਬਣ ਸਕਦੀ ਹੈ ਕਿ ਬਚਣ ਦਾ ਰਸਤਾ ਕਤਲ ਹੋ ਸਕਦਾ ਹੈ। ਇਹ ਉਹ ਸਵਾਲ ਨੇ ਜਿਨ੍ਹਾਂ ਦੇ ਜਵਾਬ ਅੱਜ ਵੀ ਇਸ ਕਹਾਣੀ ਦੇ ਵਿੱਚ ਅਧੂਰੇ ਨੇ। ਬਹਰਹਾਲ ਕ੍ਰਾਈਮ ਫਾਈਲਸ ਦੀ ਇਹ ਕਹਾਣੀ ਸਿਰਫ ਇੱਕ ਕਤਲ ਨਹੀਂ ਬਲਕਿ ਰਿਸ਼ਤਿਆਂ ਦੀ ਟੱਪੀ ਗਈ ਉਹ ਹੱਦ ਹੈ ਜਿੱਥੇ ਭਰੋਸਾ ਟੁੱਟ ਕੇ ਜੁਰਮ ਬਣ ਗਿਆ। ਇੱਕ ਪਾਸੇ ਇਨਸਾਨ ਦੀ ਉਹ ਸੋਚ ਸੀ ਜਿਸ ਨੇ ਉਸ ਨੂੰ ਅਪਰਾਧੀ ਬਣਾ ਦਿੱਤਾ ਤਾਂ ਦੂਜੇ ਪਾਸੇ ਉਹ ਵਫਾਦਾਰੀ ਜੋ ਬੇਜ਼ੁਬਾਨਾਂ ਨੇ ਨਿਭਾਈ। ਕਹਿੰਦੇ ਨੇ ਕਿ ਇਨਸਾਨ ਸਭ ਕੁਝ ਸਮਝ ਸਕਦਾ ਹੈ ਪਰ ਫਿਰ ਵੀ ਉਹ ਕਈ ਵਾਰ ਅਜਿਹੇ ਫੈਸਲੇ ਕਰ ਲੈਂਦਾ ਹੈ ਜਿਸ ਦਾ ਨਤੀਜਾ ਉਸ ਨੂੰ ਪਹਿਲਾਂ ਹੀ ਪਤਾ ਹੁੰਦਾ ਹੈ। ਫਿਲਹਾਲ ਇਸ ਪੂਰੀ ਮਰਡਰ ਕਹਾਣੀ ਦੇ ਵਿੱਚ ਅੱਜ ਵੀ ਇੱਕ ਸਵਾਲ ਇਹੀ ਖੜਾ ਹੁੰਦਾ ਹੈ ਕਿ ਅਸਲ ਦੇ ਵਿੱਚ ਜਾਨਵਰ ਕੌਣ ਹੈ, ਉਹ ਜੋ ਬਿਨਾਂ ਸ਼ਰਤ ਵਫਾਦਾਰ ਰਹੇ ਜਾਂ ਉਹ ਜਿਸ ਨੇ ਭਰੋਸੇ ਦਾ ਹੀ ਗਲ ਘੁੱਟ ਕੇ ਰੱਖ ਦਿੱਤਾ।
ਕ੍ਰਾਈਮ ਫਾਈਲਸ ਦੇ ਲਈ ਫਰੀਦਾਬਾਦ ਤੋਂ ਅਨਿਲ ਰਾਠੀ ਦੇ ਨਾਲ ਨਿਊਜ਼ ਡੈਸਕ ਤੋਂ ਪ੍ਰਕਾਸ਼ ਫੁਲਾਰਾ ਦੀ ਰਿਪੋਰਟ, ਨਿਊਜ਼ 18 ਪੰਜਾਬ। ਕਾਤਲ ਭਾਵੇਂ ਲੱਖ ਕੋਸ਼ਿਸ਼ਾਂ ਕਰ ਲਵੇ ਪਰ ਉਹ ਕਾਨੂੰਨ ਦੀਆਂ ਨਜ਼ਰਾਂ ਤੋਂ ਜ਼ਿਆਦਾ ਦੇਰ ਤੱਕ ਬਚ ਨਹੀਂ ਸਕਦਾ, ਕਿਉਂਕਿ ਸੱਚ ਜਦੋਂ ਬਾਹਰ ਨਿਕਲਦਾ ਹੈ ਤਾਂ ਫਿਰ ਹੁੰਦਾ ਹੈ ਪਾਪ ਦਾ ਪਰਦਾਫਾਸ਼। ਫਿਲਹਾਲ ਮੇਰੇ ਨਾਲ ਇੰਨਾ ਹੀ। ਤੁਸੀਂ ਲਗਾਤਾਰ ਵੇਖਦੇ ਰਹੋ ਨਿਊਜ਼ 18 ਪੰਜਾਬ, ਹਰਿਆਣਾ, ਹਿਮਾਚਲ।